नमस्कार दोस्तों, स्वागत है आपका हमारे यूट्यूब चैनल एग्जाम प्रिपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਪੜਾਂਗੇ ਦੋ ਟੌਪਿਕ। ਪਹਿਲਾ ਟੌਪਿਕ ਹੈ ਸੈਯਦ ਰਾਜਵੰਸ਼। ਇਹਦੇ ਸ਼ਾਸਨ ਦਾ ਸਮਾਂ ਹੈ 1414 ਤੋਂ ਲੈ ਕੇ 1451 ਤੱਕ। ਦਿੱਲੀ ਸਲਤਨਤ ਦਾ ਜਿਹੜਾ ਆਖਰੀ ਰਾਜਵੰਸ਼ ਸੀਗਾ ਉਹ ਸੀ ਲੋਧੀ ਰਾਜਵੰਸ਼। ਇਹਦਾ ਸ਼ਾਸਨ ਦਾ ਸਮਾਂ ਹੈ 1451 ਤੋਂ ਲੈ ਕੇ 1526 ਈਸਵੀ ਤੱਕ। ਚੱਲਦੇ ਹਾਂ ਜੀ ਅੱਜ ਦੇ ਆਪਣੇ ਪਹਿਲੇ ਟੌਪਿਕ ਤੇ। ਹਾਂਜੀ, ਸੈਯਦ ਰਾਜਵੰਸ਼। ਸ਼ਾਸਨ ਦਾ ਸਮਾਂ ਹੈ 1414 ਤੋਂ ਲੈ ਕੇ 1451 ਤੱਕ। ਦਿੱਲੀ ਸਲਤਨਤ ਤੇ ਸੈਯਦ ਰਾਜਵੰਸ਼ ਇਹ ਚੌਥਾ ਖਾਨਦਾਨ ਸੀ ਜਿਸ ਨੇ ਦਿੱਲੀ ਸਲਤਨਤ ਤੇ ਰਾਜ ਕੀਤਾ। ਇਸ ਰਾਜਵੰਸ਼ ਨੇ 1414 ਤੋਂ ਲੈ ਕੇ 1451 ਈਸਵੀ ਤੱਕ ਦਿੱਲੀ ਸਲਤਨਤ ਤੇ ਰਾਜ ਕੀਤਾ। ਸੈਯਦ ਖਿਜ਼ਰ ਖਾਂ ਨੇ ਸੈਯਦ ਵੰਸ਼ ਦੀ ਜਿਹੜੀ ਉਹ ਸਥਾਪਨਾ ਕੀਤੀ ਤੇ ਤੁਗਲਕ ਵੰਸ਼ ਤੋਂ ਬਾਅਦ ਇਸ ਰਾਜਵੰਸ਼ ਦੀ ਜਿਹੜੀ ਸਥਾਪਨਾ ਹੈ ਉਹ ਖਿਜ਼ਰ ਖਾਂ ਨੇ ਕੀਤੀ ਸੀ। ਇਹ ਰਾਜਵੰਸ਼ ਮੁਸਲਮਾਨਾਂ ਦੀ ਜਿਹੜੀ ਤੁਰਕ ਜਾਤੀ ਹੈ ਜਿਹੜੀ ਉਹਦਾ ਆਖਰੀ ਰਾਜਵੰਸ਼ ਸੀ। ਠੀਕ ਹੈ, ਧਿਆਨ 'ਚ ਰੱਖ ਲੈਣਾ। ਜਿਹੜਾ ਆਖਰੀ ਤੁਰਕ ਸਰਦਾਰਾਂ ਨਾਲ ਸੰਬੰਧ ਜਿਹੜਾ ਇਹ ਰਾਜਵੰਸ਼ ਸੀਗਾ ਆਖਰੀ। ਸੈਯਦ ਖਾਨਦਾਨ ਸ਼ੀਆ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ ਤੇ ਦਿੱਲੀ ਸਲਤਨਤ ਦਾ ਇੱਕੋ ਇੱਕ ਖਾਨਦਾਨ ਸੀ ਜਿਹੜਾ ਕਿ ਮੁਸਲਮਾਨ ਧਰਮ ਦੀ ਜਿਹੜੇ ਸ਼ੀਆ ਭਾਈਚਾਰੇ ਉਹਦੇ ਨਾਲ ਸੰਬੰਧ ਰੱਖਦਾ ਸੀ। ਠੀਕ ਹੈ ਜੀ, ਧਿਆਨ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਹੂ ਵਾਜ਼ ਦੀ ਫਾਊਂਡਰ ਆਫ ਦੀ ਸੈਯਦ ਡਾਇਨੈਸਟੀ। ਸੈਯਦ ਡਾਇਨੈਸਟੀ ਦਾ ਫਾਊਂਡਰ ਕੌਣ ਹੈ? ਹਾਂਜੀ, ਇਹਦਾ ਫਾਊਂਡਰ ਹੈ ਖਿਜ਼ਰ ਖਾਨ। ਸੈਯਦ ਰਾਜਵੰਸ਼ ਦਿੱਲੀ ਸਲਤਨਤ ਤੇ ਰਾਜ ਕਰਨ ਵਾਲਾ ਕਿੰਨਵਾਂ ਖਾਨਦਾਨ ਸੀ? ਹਾਂਜੀ, ਇਹ ਚੌਥਾ ਸੀਗਾ, ਇਹ ਧਿਆਨ 'ਚ ਰੱਖ ਲੈਣਾ। ਕਿਹੜਾ ਰਾਜਵੰਸ਼ ਮੁਸਲਮਾਨਾਂ ਦੀ ਤੁਰਕ ਜਾਤੀ ਦਾ ਆਖਰੀ ਰਾਜਵੰਸ਼ ਸੀ ਜਿਸ ਨੇ ਦਿੱਲੀ 'ਤੇ ਰਾਜ ਕੀਤਾ? ਹਾਂਜੀ, ਇਹ ਸੈਯਦ ਰਾਜਵੰਸ਼ ਸੀਗਾ ਜਿਹੜਾ ਕਿ ਤੁਰਕ ਜਾਤ ਨਾਲ ਸੰਬੰਧਿਤ ਚੌਥਾ ਤੇ ਆਖਰੀ ਰਾਜਵੰਸ਼ ਸੀ। ਵਟ ਵਾਜ਼ ਦੀ ਰੇਨ ਆਫ ਦੀ ਸੈਯਦ ਡਾਇਨੈਸਟੀ। ਸੈਯਦ ਡਾਇਨੈਸਟੀ ਦਾ ਆਪਾਂ ਰੇਨ ਪੀਰੀਅਡ ਦੱਸਣਾ ਹੈ, ਰਾਜ ਦਾ ਸ਼ਾਸਨ ਦਾ ਸਮਾਂ ਦੱਸਣਾ ਹੈ। ਹਾਂਜੀ, ਸ਼ਾਸਨ ਦਾ ਸਮਾਂ ਸੀ 1414 ਤੋਂ ਲੈ ਕੇ 1451 ਤੱਕ। ਸੈਯਦ ਰਾਜਵੰਸ਼ ਦੇ ਸ਼ਾਸਕ ਚਾਰ ਜਿਹੜੇ ਸ਼ਾਸਕ ਹੈ ਇਹਦੇ ਰਾਜਵੰਸ਼ ਦੇ ਨਾਲ ਸੰਬੰਧਿਤ ਹੈ। ਸਭ ਤੋਂ ਪਹਿਲਾਂ ਹੈ ਸੈਯਦ ਖਿਜ਼ਰ ਖਾਂ ਜਿਹੜਾ ਕਿ ਸੈਯਦ ਰਾਜਵੰਸ਼ ਦਾ ਸੰਸਥਾਪਕ ਸੀਗਾ। ਇਹਦਾ ਸ਼ਾਸਨ ਦਾ ਸਮਾਂ 1414 ਤੋਂ ਲੈ ਕੇ 1421 ਤੱਕ। ਹਾਂਜੀ, ਉਸ ਤੋਂ ਬਾਅਦ ਉਹਦਾ ਪੁੱਤਰ ਮੁਬਾਰਕ ਸ਼ਾਹ 1421 ਤੋਂ ਲੈ ਕੇ 1434 ਤੱਕ। ਮੁਹੰਮਦ ਸ਼ਾਹ 1434 ਤੋਂ ਲੈ ਕੇ 1445 ਤੱਕ। ਫਿਰ ਮੁਹੰਮਦ ਸ਼ਾਹ ਦਾ ਪੁੱਤਰ ਆਲਮ ਸ਼ਾਹ 1445 ਤੋਂ ਲੈ ਕੇ 1451 ਤੱਕ। ਸਭ ਤੋਂ ਪਹਿਲਾਂ ਹੈ ਜੀ ਆਪਣੇ ਕੋਲ ਸੈਯਦ ਖਿਜ਼ਰ ਖਾਂ ਜਿਹਦੇ ਸ਼ਾਸਨ ਦਾ ਸਮਾਂ 1414 ਤੋਂ ਲੈ ਕੇ 1421 ਲਗਭਗ 7 ਸਾਲ। ਹਾਂਜੀ, ਇਸੇ ਨੂੰ ਹੀ ਸੈਯਦ ਵੰਸ਼ ਦੀ ਸਥਾਪਨਾ ਦਾ ਜਿਹੜਾ ਸਿਹਰਾ ਜਾਂਦਾ ਹੈ। ਖਿਜ਼ਰ ਖਾਂ ਨੇ 1414 ਈਸਵੀ ਵਿੱਚ ਦਿੱਲੀ ਦੇ ਤਖਤ ਉੱਤੇ ਕਬਜ਼ਾ ਕਰ ਲਿਆ। ਖਿਜ਼ਰ ਖਾਂ ਤੁਗਲਕ ਸ਼ਾਸਕ ਫਿਰੋਜ਼ ਸ਼ਾਹ ਤੁਗਲਕ ਦੇ ਅਧੀਨ ਮੁਲਤਾਨ ਦਾ ਗਵਰਨਰ ਸੀ ਤੇ ਇੱਕ ਬਹੁਤ ਹੀ ਯੋਗ ਜਿਹੜਾ ਪ੍ਰਸ਼ਾਸਕ ਵਜੋਂ ਇਹ ਜਾਣਿਆ ਜਾਂਦਾ ਸੀ। ਖਿਜ਼ਰ ਨੇ ਸੁਲਤਾਨ ਦਾ ਖਿਤਾਬ ਧਾਰਨ ਨਹੀਂ ਕੀਤਾ ਅਤੇ ਆਪਣੇ ਆਪ ਨੂੰ ਰਈਅਤ ਏ ਆਲਾ ਦੀ ਉਪਾਧੀ ਨਾਲ ਹੀ ਖੁਸ਼ ਰੱਖਿਆ। ਇਹ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ। ਇਹ ਉਪਾਧੀ ਰਈਅਤ ਏ ਆਲਾ ਇਸ ਨੇ ਉਪਾਧੀ ਧਾਰਨ ਕੀਤੀ ਸੀ, ਸੁਲਤਾਨ ਦਾ ਖਿਤਾਬ ਜਾਂ ਉਪਾਧੀ ਉਹ ਧਾਰਨ ਨਹੀਂ ਕੀਤੀ ਸੀ। ਜਦੋਂ ਤੈਮੂਰ ਲੰਗ ਭਾਰਤ ਤੋਂ ਵਾਪਸ ਜਾ ਰਿਹਾ ਸੀ ਤਾਂ ਉਸਨੇ ਖਿਜ਼ਰ ਖਾਨ ਨੂੰ ਮੁਲਤਾਨ, ਲਾਹੌਰ ਤੇ ਦੀਪਾਲਪੁਰ ਦਾ ਜਿਹੜਾ ਸ਼ਾਸਕ ਹੈ ਉਹ ਨਿਯੁਕਤ ਕੀਤਾ। ਠੀਕ ਹੈ ਜੀ, ਧਿਆਨ 'ਚ ਰੱਖਣਾ ਇੰਪੋਰਟੈਂਟ ਹੈ। ਤੈਮੂਰ ਲੰਗ ਨੇ ਹੀ ਇਸ ਨੂੰ ਮੁਲਤਾਨ, ਲਾਹੌਰ, ਦੀਪਾਲਪੁਰ ਦਾ ਜਿਹੜਾ ਰਾਜਾ ਉਹ ਨਿਯੁਕਤ ਕੀਤਾ ਸੀ। ਖਿਜ਼ਰ ਖਾਨ ਦੇ ਰਾਜ ਦੌਰਾਨ ਪੰਜਾਬ, ਮੁਲਤਾਨ ਤੇ ਸਿੰਧ ਮੁੜ ਦਿੱਲੀ ਸਲਤਨਤ ਦੇ ਅਧੀਨ ਜਿਹੜੇ ਉਹ ਆ ਗਏ ਸੀ। ਠੀਕ ਹੈ ਜੀ, ਸਾਰੇ ਫੈਕਟ ਸੈਯਦ ਖਿਜ਼ਰ ਖਾਨ ਨਾਲ ਸੰਬੰਧਿਤ ਹੈ ਤੇ ਇੰਪੋਰਟੈਂਟ ਹੈ। ਸੈਯਦ ਖਿਜ਼ਰ ਖਾਨ ਨੇ ਮਾਲੀਆਂ ਇਕੱਠਾ ਕਰਨ ਦੇ ਲਈ ਹਰ ਸਾਲ ਸੈਨਿਕਾਂ ਦਾ ਸਹਾਰਾ ਲਿਆ। ਉਸਨੇ ਸਿੱਕਿਆਂ ਤੇ ਤੁਗਲਕ ਸੁਲਤਾਨਾਂ ਦਾ ਨਾਮ ਹੈ ਜਿਹੜਾ ਉਸਨੇ ਲਿਖਵਾਇਆ। ਫਰਿਸ਼ਤਾ ਜਿਹੜਾ ਲੇਖਕ ਹੈ ਉਹਦੇ ਅਨੁਸਾਰ ਖਿਜ਼ਰ ਖਾਨ ਨੂੰ ਇੱਕ ਨਿਆਂਪੂਰਨ ਤੇ ਉਦਾਰ ਸ਼ਾਸਕ ਹੈ ਉਸਨੇ ਦੱਸਿਆ ਹੈ। 20 ਮਈ 1421 ਨੂੰ ਖਿਜ਼ਰ ਖਾਨ ਦੀ ਜਿਹੜੀ ਮੌਤ ਹੋ ਜਾਂਦੀ ਹੈ। ਫਰਿਸ਼ਤਾ ਦੇ ਅਨੁਸਾਰ ਖਿਜ਼ਰ ਖਾਨ ਦੀ ਮੌਤ ਤੇ ਨੌਜਵਾਨ, ਬੁੱਢੇ, ਗੁਲਾਮ ਤੇ ਆਜ਼ਾਦ ਸਾਰਿਆਂ ਨੇ ਕਾਲੇ ਕੱਪੜੇ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਠੀਕ ਹੈ ਜੀ, ਇਹ ਸਾਰੇ ਇੰਪੋਰਟੈਂਟ ਫੈਕਟ ਹੈ ਖਿਜ਼ਰ ਖਾਨ ਦੇ ਨਾਲ ਸੰਬੰਧਿਤ। ਕਿਸ ਰਾਜਵੰਸ਼ ਦੇ ਸ਼ਾਸਕ ਨੇ ਆਪਣੇ ਸਿੱਕਿਆਂ ਤੇ ਤੁਗਲਕ ਸੁਲਤਾਨਾਂ ਦਾ ਨਾਮ ਲਿਖਵਾਇਆ ਸੀ? ਹਾਂਜੀ, ਇਹ ਖਿਜ਼ਰ ਖਾਨ ਨੇ ਜਿਹੜਾ ਕਿ ਖਿਲਜੀ ਰਾਜਵੰਸ਼ ਦਾ ਸੰਸਥਾਪਕ ਸੀ। ਖਿਜ਼ਰ ਖਾਨ ਦੀ ਫਾਊਂਡਰ ਆਫ ਸੈਯਦ ਡਾਇਨੈਸਟੀ ਵਾਜ਼ ਅ ਗਵਰਨਰ ਆਫ ਮੁਲਤਾਨ ਅੰਡਰ ਅਮੰਗ ਦੀ ਫੋਲੋਇੰਗ ਰੂਲਰਸ। ਦੱਸਣਾ ਹੈ ਕਿਸ ਸ਼ਾਸਕ ਦੇ ਅਧੀਨ ਖਿਜ਼ਰ ਖਾਨ ਮੁਲਤਾਨ ਦਾ ਜਿਹੜਾ ਗਵਰਨਰ ਸੀ। ਹਾਂਜੀ, ਇਹ ਫਿਰੋਜ਼ ਸ਼ਾਹ ਤੁਗਲਕ ਦੇ ਅਧੀਨ ਸੀ। ਹੂ ਵਾਜ਼ ਦੀ ਰੂਲਰ ਆਫ ਦਿੱਲੀ ਡਿਊਰਿੰਗ 1414 ਐਂਡ 1421। ਦੱਸਣਾ ਹੈ 1414 ਤੋਂ ਲੈ ਕੇ 1421 ਦੇ ਸਮੇਂ ਦੇ ਦੌਰਾਨ ਦਿੱਲੀ ਦਾ ਸ਼ਾਸਕ ਕੌਣ ਸੀ? ਹਾਂਜੀ, ਇਹ ਸੀ ਖਿਜ਼ਰ ਖਾਨ, ਸੈਯਦ ਵੰਸ਼ ਨਾਲ ਸੰਬੰਧਿਤ ਸੀ। ਹੂ ਬਿਕੇਮ ਦੀ ਰੂਲਰ ਆਫਟਰ ਇਨਵੇਜ਼ਨ ਆਫ ਤੈਮੂਰ ਐਂਡ ਫਾਲ ਦੀ ਤੁਗਲਕ ਡਾਇਨੈਸਟੀ। ਦੱਸਣਾ ਹੈ ਵੀ ਤੈਮੂਰ ਦੇ ਹਮਲਿਆਂ ਤੋਂ ਬਾਅਦ ਅਤੇ ਤੁਗਲਕ ਡਾਇਨੈਸਟੀ ਦੇ ਪਤਨ ਤੋਂ ਬਾਅਦ ਜਿਹੜਾ ਉਹ ਕੌਣ ਰੂਲਰ ਬਣਿਆ, ਸ਼ਾਸਕ ਬਣਿਆ, ਉਹ ਸੀ ਖਿਜ਼ਰ ਖਾਨ। ਮੁਬਾਰਕ ਸ਼ਾਹ ਜਿਹਦੇ ਸ਼ਾਸਨ ਦਾ ਸਮਾਂ 1421 ਤੋਂ ਲੈ ਕੇ 1434 ਈਸਵੀ ਤੱਕ ਹੈ। ਖਿਜ਼ਰ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਮੁਬਾਰਕ ਸ਼ਾਹ ਜਿਹੜਾ ਦਿੱਲੀ ਦੀ ਸੱਤਾ ਉਸਨੇ ਸੰਭਾਲੀ। ਆਪਣੇ ਪਿਤਾ ਦੇ ਬਿਲਕੁਲ ਉਲਟ ਉਸਨੇ ਆਪਣੇ ਆਪ ਨੂੰ ਸੁਲਤਾਨ ਘੋਸ਼ਿਤ ਕੀਤਾ, ਆਪਣੇ ਨਾਂ ਤੇ ਖੁਤਬਾ ਪੜ੍ਹਾਇਆ ਤੇ ਉਸਨੇ ਸ਼ਾਹ ਦਾ ਖਿਤਾਬ ਲੈ ਕੇ ਆਪਣੇ ਨਾਂ ਤੇ ਸਿੱਕੇ ਵੀ ਜਾਰੀ ਕੀਤੇ। 1434 ਈਸਵੀ ਦੇ ਵਿੱਚ ਅੰਤਿਮ ਸਾਲ ਆਪਣੇ ਸ਼ਾਸਨ ਦੇ ਉਸਨੇ ਜਮਨਾ ਨਦੀ ਦੇ ਕੰਢੇ ਤੇ ਮੁਬਾਰਕਬਾਦ ਨਾਂ ਦਾ ਸ਼ਹਿਰ ਵਸਾਇਆ ਸੀ। ਆਪਣੇ ਨਾਂ ਦੇ ਉੱਪਰ ਸ਼ਹਿਰ ਦਾ ਨਾਂ ਰੱਖਿਆ ਸੀ ਮੁਬਾਰਕਬਾਦ। ਠੀਕ ਹੈ ਜੀ, ਧਿਆਨ ਰੱਖਣਾ ਹੈ। ਸ਼ਾਹ ਦਾ ਖਿਤਾਬ ਧਾਰਨ ਕੀਤਾ ਸੀ, ਖੁਤਬਾ ਪੜ੍ਹਿਆ ਸੀ ਤੇ ਆਪਣੇ ਨਾਂ ਤੇ ਸਿੱਕੇ ਜਾਰੀ ਕੀਤੇ ਸੀ। ਠੀਕ ਹੈ ਜੀ, ਸੁਲਤਾਨ ਆਪਣੇ ਆਪ ਨੂੰ ਘੋਸ਼ਿਤ ਕੀਤਾ ਸੀ, ਜਦਕਿ ਇਸ ਦੇ ਪਿਤਾ ਨੇ ਨਾ ਤਾਂ ਖੁਤਬਾ ਪੜ੍ਹਿਆ ਸੀ ਨਾ ਹੀ ਸੁਲਤਾਨ ਦਾ ਜਿਹੜਾ ਉਪਾਧੀ ਆ ਉਹ ਧਾਰਨ ਕੀਤੀ ਸੀ।
ਹਾਂਜੀ, ਇਸ ਦੇ ਸ਼ਾਸਨ ਦੇ ਸਮੇਂ ਦੇ ਵਿੱਚ, ਮੁਬਾਰਕ ਸ਼ਾਹ ਦੇ ਸ਼ਾਸਨ ਦੇ ਸਮੇਂ ਦੇ ਵਿੱਚ ਜਹੀਆਂ ਬਿਨ ਅਹਿਮਦ ਸਰਹਿੰਦੀ ਇੱਕ ਪ੍ਰਸਿੱਧ ਵਿਦਵਾਨ ਸੀ ਤੇ ਇਸ ਨੂੰ ਇਸਨੇ ਰਾਜ ਵਿਦਵਾਨ ਦਾ ਅਹੁਦਾ ਦਿੱਤਾ ਸੀ। ਮੁਬਾਰਕ ਸ਼ਾਹ ਦੇ ਰਾਜ ਬਾਰੇ ਜਿਹੜੀ ਜਾਣਕਾਰੀ ਹੈ ਉਹ ਜਹੀਆਂ ਬਿਨ ਅਹਿਮਦ ਸਰਹਿੰਦੀ ਦੇ ਗ੍ਰੰਥ ਤਾਰਿਕ ਮੁਬਾਰਕ ਸ਼ਾਹੀ ਤੋਂ ਮਿਲਦੀ ਹੈ। ਬਹੁਤ ਇੰਪੋਰਟੈਂਟ ਹੈ, ਧਿਆਨ 'ਚ ਰੱਖਣਾ ਇਹ। ਮੁਬਾਰਕ ਸ਼ਾਹ ਦਾ ਜਿਹੜਾ ਵਜ਼ੀਰ ਸੀ ਸਰਵਰ ਉਲ ਮੁਲਕ ਨੇ 19 ਫਰਵਰੀ 1934 ਨੂੰ ਇੱਕ ਸਾਜ਼ਿਸ਼ ਦੇ ਦੁਆਰਾ ਮੁਬਾਰਕ ਸ਼ਾਹ ਦੀ ਹੱਤਿਆ ਕਰ ਦਿੱਤੀ। ਇਹ ਸਾਰੇ ਇੰਪੋਰਟੈਂਟ ਪੁਆਇੰਟ ਹੈ, ਧਿਆਨ 'ਚ ਰੱਖਣੇ ਹੈ ਮੁਬਾਰਕ ਸ਼ਾਹ ਦੇ ਨਾਲ ਸੰਬੰਧਿਤ। ਹੂ ਅਮੰਗ ਦੀ ਸਨ ਆਫ ਖਿਜ਼ਰ ਖਾਨ, ਖਿਜ਼ਰ ਖਾਨ ਦਾ ਪੁੱਤਰ ਇਹਨਾਂ ਵਿੱਚੋਂ ਕੌਣ ਸੀ? ਹਾਂਜੀ, ਮੁਬਾਰਕ ਸ਼ਾਹ ਖਿਜ਼ਰ ਖਾਨ ਦਾ ਪੁੱਤਰ ਸੀ। ਕਿਸਨੇ 1434 ਈਸਵੀ ਦੇ ਵਿੱਚ ਜਮਨਾ ਨਦੀ ਦੇ ਕੰਢੇ ਤੇ ਮੁਬਾਰਕਬਾਦ ਨਾਂ ਦਾ ਸ਼ਹਿਰ ਵਸਾਇਆ ਸੀ? ਹਾਂਜੀ, ਉਹ ਵਸਾਇਆ ਸੀ ਮੁਬਾਰਕ ਸ਼ਾਹ ਨੇ। ਖਿਜ਼ਰ ਖਾਨ ਦੀ ਮੌਤ ਤੋਂ ਬਾਅਦ ਕਿਸਨੇ ਦਿੱਲੀ ਦੀ ਸੱਤਾ ਸੰਭਾਲੀ ਸੀ? ਉਸਦੇ ਪੁੱਤਰ ਮੁਬਾਰਕ ਸ਼ਾਹ ਨੇ ਇਹ ਸੱਤਾ ਦੀ ਕਮਾਨ ਸੰਭਾਲੀ ਸੀ। ਹੂ ਅਮੰਗ ਦੀ ਫੋਲੋਇੰਗ ਰੋਟ ਤਾਰਿਕ ਮੁਬਾਰਕ ਸ਼ਾਹੀ, ਕਿਸਨੇ ਤਾਰਿਕ ਮੁਬਾਰਕ ਸ਼ਾਹੀ ਦੀ ਜਿਹੜੀ ਰਚਨਾ ਕੀਤੀ ਸੀ? ਇਹ ਸੀ ਜਹੀਆਂ ਬਿਨ ਅਹਿਮਦ ਸਰਹਿੰਦੀ। Which of the following Sultan of Delhi Sultanate could ਖੁਤਬਾ read in his name and issued his own coin? ਦੱਸਣਾ ਹੈ ਵੀ ਕਿਸ ਦਿੱਲੀ ਦੇ ਸੁਲਤਾਨ ਨੇ ਖੁਤਬਾ ਪੜ੍ਹਿਆ ਆਪਣੇ ਨਾਮ ਦਾ ਤੇ ਆਪਣੇ ਨਾਮ ਤੇ ਸਿੱਕੇ ਜਿਹੜੇ ਉਹ ਜਾਰੀ ਕਰਵਾਏ ਸੀ? ਠੀਕ ਹੈ ਜੀ, ਉਹ ਸੀਗਾ ਮੁਬਾਰਕ ਸ਼ਾਹ। ਹਾਂਜੀ, ਉਸ ਤੋਂ ਬਾਅਦ ਹੈ ਜੀ ਮੁਹੰਮਦ ਸ਼ਾਹ। 1434 ਤੋਂ ਲੈ ਕੇ 1445 ਤੱਕ ਇਹਦਾ ਸ਼ਾਸਨ ਦਾ ਸਮਾਂ ਹੈ। ਸੈਯਦ ਵੰਸ਼ ਦਾ ਇਹ ਤੀਸਰਾ ਸ਼ਾਸਕ ਸੀਗਾ। ਮੁਬਾਰਕ ਸ਼ਾਹ ਦਾ ਜਿਹੜਾ ਗੋਦ ਲਿਆ ਪੁੱਤਰ ਸੀ ਮੁਹੰਮਦ ਸ਼ਾਹ, ਸਹੀ ਨਾਮ ਸੀ ਇਹਦਾ ਮੁਹੰਮਦ ਬਿਨ ਖਾਰਚ ਖਾਨ। ਠੀਕ ਹੈ ਜੀ, ਨੂੰ ਮੁਬਾਰਕ ਸ਼ਾਹ ਦਾ ਜਿਹੜਾ ਵਜ਼ੀਰ ਸੀ ਸਰਵਰ ਉਲ ਮੁਲਕ ਤੇ ਹੋਰ ਅਮੀਰਾਂ ਨਾਲ ਮਿਲ ਕੇ 1434 ਦੇ ਵਿੱਚ 19 ਫਰਵਰੀ ਨੂੰ ਦਿੱਲੀ ਦਾ ਸੁਲਤਾਨ ਜਿਹੜਾ ਉਸ ਨੂੰ ਬਣਾਇਆ ਗਿਆ। ਹਾਂਜੀ, ਇਸਨੇ ਮੁਲਤਾਨ ਦਾ ਜਿਹੜਾ ਸੂਬੇਦਾਰ ਸੀ ਬਹਿਲੋਲ ਲੋਧੀ, ਉਸ ਨੂੰ ਖਾਨ ਖਾਨਾ ਦਾ ਖਿਤਾਬ ਵੀ ਦਿੱਤਾ ਸੀ। ਮੁਹੰਮਦ ਸ਼ਾਹ ਇੱਕ ਨਾਮ ਮਾਤਰ ਦਾ ਸ਼ਾਸਕ ਸੀ। ਸਾਰੀਆਂ ਸ਼ਕਤੀਆਂ ਦੀ ਵਰਤੋਂ ਹੈ ਜਿਹੜੀ ਉਸ ਦੇ ਵਜ਼ੀਰ ਸਰਵਰ ਉਲ ਮੁਲਕ ਦੇ ਦੁਆਰਾ ਕੀਤੀ ਜਾਂਦੀ ਸੀ। ਪੂਰੇ ਪ੍ਰਸ਼ਾਸਨ ਤੇ ਉਸ ਦਾ ਕੰਟਰੋਲ ਸੀ। ਮੁਹੰਮਦ ਸ਼ਾਹ ਦੇ ਸ਼ਾਸਕ ਬੰਦੇ ਹੀ ਵਜ਼ੀਰ ਸਰਵਰ ਉਲ ਮੁਲਕ ਨੇ ਅਸਲ ਖਾਨਾ ਜਿੱਥੇ ਹਥਿਆਰ ਰੱਖੇ ਜਾਂਦੇ ਆ, ਅਸਲਾ ਰੱਖਿਆ ਜਾਂਦਾ, ਖਜ਼ਾਨਾ ਤੇ ਹਾਥੀਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀ। ਠੀਕ ਹੈ ਜੀ, ਧਿਆਨ 'ਚ ਰੱਖਣੇ ਸਾਰੇ ਇੰਪੋਰਟੈਂਟ ਫੈਕਟ ਹੈ ਮੁਹੰਮਦ ਸ਼ਾਹ ਸੰਬੰਧੀ। ਵਜ਼ੀਰ ਸਰਵਰ ਉਲ ਮੁਲਕ ਮੁਹੰਮਦ ਸ਼ਾਹ ਨੂੰ ਮਾਰਨ ਦੀ ਸਾਜ਼ਿਸ਼ ਜਿਹੜਾ ਰਚ ਰਿਹਾ ਸੀ, ਪਰ ਇਸ ਸਾਜ਼ਿਸ਼ ਦਾ ਜਿਹੜਾ ਮੁਹੰਮਦ ਸ਼ਾਹ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਆਪਣੇ ਵਜ਼ੀਰ ਸਰਵਰ ਉਲ ਮੁਲਕ ਤੇ ਉਸਦੇ ਸਮਰਥਕਾਂ ਨੂੰ ਮਾਰ ਦਿੰਦਾ ਹੈ। ਮੁਹੰਮਦ ਸ਼ਾਹ ਨੇ ਕਮਾਲ ਮੁਲਕ ਨੂੰ ਨਵਾਂ ਜਿਹੜਾ ਵਜ਼ੀਰ ਆ ਉਹ ਬਣਾਇਆ। 1440 ਈਸਵੀ ਦੇ ਵਿੱਚ ਮਹਿਮੂਦ ਖਿਲਜੀ ਨੇ ਮੁਹੰਮਦ ਸ਼ਾਹ ਦੇ ਉੱਪਰ ਹਮਲਾ ਕੀਤਾ, ਪਰ ਯੁੱਧ ਤੋਂ ਬਾਅਦ ਦੋਹਾਂ ਦੇ ਵਿਚਕਾਰ ਇੱਕ ਸੰਧੀ ਹੋ ਗਈ ਤੇ ਮੁਹੰਮਦ ਸ਼ਾਹ ਨੇ ਬਹਿਲੋਲ ਲੋਧੀ ਨੂੰ ਆਪਣਾ ਪੁੱਤਰ ਦਾ ਦਰਜਾ ਦਿੱਤਾ। ਇਹ ਧਿਆਨ 'ਚ ਰੱਖਣਾ ਜੀ, ਮੁਹੰਮਦ ਸ਼ਾਹ ਨੇ ਬਹਿਲੋਲ ਲੋਧੀ ਨੂੰ ਆਪਣੇ ਪੁੱਤਰ ਦਾ ਦਰਜਾ ਦਿੱਤਾ ਸੀ। ਬਹਿਲੋਲ ਲੋਧੀ ਨੇ 1443 ਦੇ ਵਿੱਚ ਦਿੱਲੀ ਤੇ ਹਮਲਾ ਕੀਤਾ। ਇਸ ਦੌਰਾਨ ਮੁਹੰਮਦ ਸ਼ਾਹ ਦੀ ਮੌਤ ਹੋ ਗਈ, ਪਰ ਕੁਝ ਵਿਦਵਾਨ ਮੰਨਦੇ ਹਨ ਕਿ ਮੁਹੰਮਦ ਸ਼ਾਹ ਦੀ ਜਿਹੜੀ ਮੌਤ ਹੈ ਉਹ 1445 ਦੇ ਵਿੱਚ ਹੋਈ। ਇਹ ਸਾਰੇ ਇੰਪੋਰਟੈਂਟ ਫੈਕਟ ਹੈ ਮੁਹੰਮਦ ਸ਼ਾਹ ਨਾਲ ਸੰਬੰਧਿਤ, ਇਹ ਸਾਰੇ ਤੁਸੀਂ ਧਿਆਨ 'ਚ ਰੱਖਣੇ ਆ। ਕਿਸ ਸੈਯਦ ਸ਼ਾਸਕ ਨੇ ਬਹਿਲੋਲ ਲੋਧੀ ਨੂੰ ਆਪਣੇ ਪੁੱਤਰ ਦਾ ਦਰਜਾ ਦਿੱਤਾ ਸੀ? ਹਾਂਜੀ, ਬਹਿਲੋਲ ਲੋਧੀ ਨੂੰ ਜਿਹੜਾ ਪੁੱਤਰ ਦਾ ਜਿਹੜਾ ਦਰਜਾ ਹੈ ਉਹ ਮੁਹੰਮਦ ਸ਼ਾਹ ਨੇ ਦਿੱਤਾ ਸੀ। ਮੁਲਤਾਨ ਦੇ ਸੂਬੇਦਾਰ ਬਹਿਲੋਲ ਨੂੰ ਖਾਨਾ ਦਾ ਖਿਤਾਬ ਹੈ ਜਿਹੜਾ ਉਹ ਕਿਸਨੇ ਦਿੱਤਾ ਸੀ? ਹਾਂਜੀ, ਮੁਹੰਮਦ ਸ਼ਾਹ ਨੇ ਦਿੱਤਾ ਸੀ ਤੇ ਇਸ ਨੂੰ ਆਪਣਾ ਪੁੱਤਰ ਮੰਨਿਆ ਸੀ। ਸਰਵਰ ਉਲ ਮੁਲਕ ਕਿਸ ਸੈਯਦ ਸ਼ਾਸਕ ਦਾ ਸਰਪ੍ਰਸਤ ਸੀ? ਹਾਂਜੀ, ਵਜ਼ੀਰ ਉਹ ਦੋਵਾਂ ਦਾ ਹੀ ਰਿਹਾ। ਠੀਕ ਹੈ ਜੀ, ਮੁਬਾਰਕ ਸ਼ਾਹ ਦਾ ਵੀ ਵਜ਼ੀਰ ਸੀ ਤੇ ਮੁਹੰਮਦ ਸ਼ਾਹ ਦਾ ਵੀ ਵਜ਼ੀਰ ਸੀ, ਪਰ ਸਰਪ੍ਰਸਤ ਹੈ ਉਹ ਮੁਹੰਮਦ ਸ਼ਾਹ ਦਾ ਸੀ। ਹਾਂਜੀ, ਆਲਮ ਸ਼ਾਹ, ਇਹਦਾ ਸ਼ਾਸਨ ਦਾ ਸਮਾਂ 1445 ਤੋਂ ਲੈ ਕੇ 1451 ਤੱਕ ਹੈ। ਹਾਂਜੀ, ਆਲਮ ਸ਼ਾਹ ਜਿਹੜਾ ਮੁਹੰਮਦ ਸ਼ਾਹ ਦਾ ਪੁੱਤਰ ਸੀ, ਇਹਦਾ ਸਹੀ ਨਾਮ ਅਲਾਉਦੀਨ ਸ਼ਾਹ ਸੀ। 1445 ਦੇ ਵਿੱਚ ਮੁਹੰਮਦ ਸ਼ਾਹ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਲਾਉਦੀਨ ਆਲਮ ਸ਼ਾਹ ਜਿਹੜਾ ਉਹ ਆਲਮ ਸ਼ਾਹ ਦਾ ਖਿਤਾਬ ਧਾਰਨ ਕਰਦਾ ਹੋਇਆ ਉਹ ਦਿੱਲੀ ਸਲਤਨਤ ਦਾ ਜਿਹੜਾ ਸ਼ਾਸਕ ਬਣਦਾ ਹੈ ਤੇ ਉਸ ਨੂੰ ਸਿਰਫ ਦਿੱਲੀ ਸ਼ਹਿਰ ਤੇ ਉਹਦੇ ਨਾਲ ਲੱਗਦੇ ਹੀ ਉਹ ਪਿੰਡਾਂ ਦਾ ਰਾਜਾ ਬਣ ਕੇ ਰਹਿ ਜਾਂਦਾ ਹੈ। ਆਲਮ ਸ਼ਾਹ ਇੱਕ ਬਹੁਤ ਹੀ ਕਮਜ਼ੋਰ ਤੇ ਅਯੋਗ ਸ਼ਾਸਕ ਸੀ। 1451 ਦੇ ਵਿੱਚ ਉਸਨੇ ਦਿੱਲੀ ਦੀ ਗੱਦੀ ਹੈ ਜਿਹੜਾ ਬਹਿਲੋਲ ਲੋਧੀ ਨੂੰ ਸੌਂਪ ਦਿੱਤੀ, ਜੋ ਕਿ ਬਹੁਤ ਹੀ ਨਿੰਦਣਯੋਗ ਸੀ ਤੇ ਦਿੱਲੀ ਦੇ ਲੋਕਾਂ ਨੇ ਇਸ ਦੀ ਬਹੁਤ ਨਿੰਦਿਆ ਕੀਤੀ ਤੇ 1451 ਦੇ ਵਿੱਚ ਉਹ ਦਿੱਲੀ ਛੱਡ ਕੇ ਆਪਣੀ ਮਨਪਸੰਦ ਸਥਾਨ ਬੰਦਾਂਜੂ ਚਲਾ ਗਿਆ। ਅਲਾਉਦੀਨ ਜਿਹੜਾ ਸੀਗਾ ਸ਼ਾਹ, ਜਿਹਨੂੰ ਆਲਮ ਸ਼ਾਹ ਕਿਹਾ ਜਾਂਦਾ ਹੈ, ਇਹ 1451 ਨੂੰ ਦਿੱਲੀ ਭਾਵੇਂ ਇਸਨੇ ਛੱਡ ਦਿੱਤੀ, ਪਰ ਇਹਦੀ ਮੌਤ ਹੈ ਜਿਹੜੀ ਉਹ 1476 ਦੇ ਵਿੱਚ ਹੋਈ। ਇਹ ਸਾਰੇ ਫੈਕਟ ਇੰਪੋਰਟੈਂਟ ਹੈ ਜੀ, ਆਲਮ ਸ਼ਾਹ ਦੇ ਨਾਲ ਸੰਬੰਧਿਤ ਧਿਆਨ 'ਚ ਰੱਖਣੇ ਜੀ। ਕਿਹੜਾ ਸ਼ਾਸਕ ਸੀਗਾ ਜਿਸਨੇ ਦਿੱਲੀ ਦੀ ਸੱਤਾ ਬਹਿਲੋਲ ਲੋਧੀ ਨੂੰ ਸੌਂਪੀ ਸੀ? ਇਹ ਸੀ ਆਲਮ ਸ਼ਾਹ। ਸੈਯਦ ਰਾਜਵੰਸ਼ ਦਾ ਜਿਹੜਾ ਆਖਰੀ ਸ਼ਾਸਕ ਕੌਣ ਸੀ? ਸੈਯਦ ਰਾਜਵੰਸ਼ ਦਾ ਜਿਹੜਾ ਆਖਰੀ ਸ਼ਾਸਕ ਸੀ ਉਹ ਸੀ ਆਲਮ ਸ਼ਾਹ। ਹਾਂਜੀ, ਲੋਧੀ ਰਾਜਵੰਸ਼ ਅਗਲਾ ਆਪਣਾ ਟੌਪਿਕ ਹੈ। 1451 ਤੋਂ ਲੈ ਕੇ 1526 ਤੱਕ ਇਸ ਦੇ ਸ਼ਾਸਨ ਦਾ ਸਮਾਂ ਹੈ। ਹਾਂਜੀ, ਲੋਧੀ ਰਾਜਵੰਸ਼। ਸੈਯਦ ਰਾਜਵੰਸ਼ ਦੇ ਅੰਤ ਤੋਂ ਬਾਅਦ ਬਹਿਲੋਲ ਲੋਧੀ ਨੇ 1451 ਈਸਵੀ ਦੇ ਵਿੱਚ ਲੋਧੀ ਰਾਜਵੰਸ਼ ਦੀ ਜਿਹੜੀ ਸਥਾਪਨਾ ਕੀਤੀ। ਠੀਕ ਹੈ ਜੀ, ਧਿਆਨ 'ਚ ਰੱਖਣਾ, ਇੰਪੋਰਟੈਂਟ ਹੈ। ਇਸ ਰਾਜਵੰਸ਼ ਨੇ 1526 ਤੱਕ ਸੱਤਾ ਦੀ ਵਾਂਗਡੋਰ ਸੰਭਾਲੀ ਤੇ ਸਫਲਤਾਪੂਰਵਕ ਉਹ ਰਾਜ ਕੀਤਾ। ਇਹ ਰਾਜਵੰਸ਼ ਅਫਗਾਨ ਮੂਲ ਦਾ ਸੀ। ਠੀਕ ਹੈ, ਇਹ ਧਿਆਨ ਰੱਖਣਾ, ਲੋਧੀ ਰਾਜਵੰਸ਼ ਜਿਹੜਾ ਇਹ ਅਫਗਾਨ ਮੂਲ ਦੇ ਸਨ ਤੇ ਦਿੱਲੀ ਸਲਤਨਤ ਦੇ ਆਖਰੀ ਸ਼ਾਸਕ ਸਨ। ਠੀਕ ਹੈ ਜੀ, ਲੋਧੀ ਰਾਜਵੰਸ਼ ਦੇ ਜਿਹੜੇ ਸ਼ਾਸਕ ਹੈ, ਸਭ ਤੋਂ ਪਹਿਲਾਂ ਬਹਿਲੋਲ ਲੋਧੀ 1451 ਤੋਂ ਲੈ ਕੇ 1499 ਤੱਕ, ਤੇ ਇਸੇ ਨੂੰ ਹੀ ਲੋਧੀ ਰਾਜਵੰਸ਼ ਦਾ ਜਿਹੜਾ ਹੈ ਸੰਸਥਾਪਕ ਕਿਹਾ ਜਾਂਦਾ ਹੈ। ਸਿਕੰਦਰ ਲੋਧੀ ਬਹਿਲੋਲ ਲੋਧੀ ਦਾ ਪੁੱਤਰ 1499 ਤੋਂ ਲੈ ਕੇ 1517 ਤੱਕ। ਇਬਰਾਹਿਮ ਲੋਧੀ ਜਿਹੜਾ ਕਿ ਲੋਧੀ ਰਾਜਵੰਸ਼ ਦਾ ਤੇ ਦਿੱਲੀ ਸਲਤਨਤ ਦਾ ਜਿਹੜਾ ਆਖਰੀ ਸ਼ਾਸਕ ਸੀਗਾ, 1517 ਤੋਂ ਲੈ ਕੇ 1526 ਤੱਕ ਇਸ ਦਾ ਸ਼ਾਸਨ ਰਿਹਾ। ਵਿਚ ਆਫ ਦੀ ਫੋਲੋਇੰਗ ਲੇਡ ਦੀ ਫਾਊਂਡੇਸ਼ਨ ਆਫ ਦੀ ਲੋਧੀ ਡਾਇਨੈਸਟੀ? ਜਿਸਨੇ ਲੋਧੀ ਜਿਹੜੀ ਰਾਜਵੰਸ਼ ਹੈ ਉਸ ਦੀ ਸਥਾਪਨਾ ਇਹਨਾਂ ਵਿੱਚੋਂ ਕਿਸਨੇ ਕੀਤੀ ਸੀ? ਬਹਿਲੋਲ ਲੋਧੀ ਨੇ ਕੀਤੀ ਸੀ 1451 ਵਿੱਚ।
ਵਿਚ ਆਫ ਦੀ ਫੋਲੋਇੰਗ ਪੀਰੀਅਡ ਇਜ਼ ਐਸੋਸੀਏਟਡ ਵਿਦ ਲੋਧੀ ਡਾਇਨੈਸਟੀ। ਦੱਸਣਾ ਇਹਨਾਂ ਵਿੱਚੋਂ ਕਿਹੜਾ ਜਿਹੜਾ ਸਮਾਂ ਹੈ ਲੋਧੀ ਰਾਜਵੰਸ਼ ਦੇ ਨਾਲ ਸੰਬੰਧਿਤ ਹੈ। ਹਾਂਜੀ, ਇਹਦਾ ਲੋਧੀ ਰਾਜਵੰਸ਼ ਦਾ ਜਿਹੜਾ ਸਮਾਂ ਹੈ ਸ਼ਾਸਨ ਦਾ ਉਹ ਹੈ 1451 ਤੋਂ ਲੈ ਕੇ 1526 ਤੱਕ। ਬਹਿਲੋਲ ਲੋਧੀ 1451 ਤੋਂ ਲੈ ਕੇ 1499 ਤੱਕ ਇਸ ਦਾ ਸ਼ਾਸਨ ਦਾ ਸਮਾਂ ਹੈ। 1451 ਦੇ ਵਿੱਚ ਬਹਿਲੋਲ ਲੋਧੀ ਨੇ ਲੋਧੀ ਰਾਜਵੰਸ਼ ਦੀ ਸਥਾਪਨਾ ਕੀਤੀ ਤੇ 1499 ਤੱਕ ਉਹ ਦਿੱਲੀ ਸਲਤਨਤ ਦੇ ਉਸਨੇ ਰਾਜ ਕੀਤਾ। ਸੈਯਦ ਰਾਜਵੰਸ਼ ਦਾ ਜਿਹੜਾ ਆਖਰੀ ਸ਼ਾਸਕ ਸੀ ਆਲਮ ਸ਼ਾਹ, ਉਸਨੇ ਆਪਣੀ ਮਰਜ਼ੀ ਦੇ ਨਾਲ ਬਹਿਲੋਲ ਲੋਧੀ ਦੇ ਹੱਕ ਦੇ ਵਿੱਚ ਦਿੱਲੀ ਦੀ ਜਿਹੜੀ ਗੱਦੀ ਹੈ ਉਹ ਛੱਡ ਦਿੱਤੀ ਸੀ ਤੇ ਬਹਿਲੋਲ ਲੋਧੀ ਹੈ ਅਫਗਾਨ ਮੂਲ ਦਾ ਸੀ। ਇਸ ਤੋਂ ਪਹਿਲਾਂ ਜਿੰਨੇ ਵੀ ਦਿੱਲੀ ਸਲਤਨਤ ਦੇ ਜਿਹੜੇ ਰਾਜੇ ਸੀ ਉਹ ਤੁਰਕ ਜਾਤ ਨਾਲ ਸੰਬੰਧ ਰੱਖਦੇ ਸਨ। ਹਾਂਜੀ, ਇਹ ਜਿਹੜਾ ਬਹਿਲੋਲ ਲੋਧੀ ਹੈ ਇਹ ਪਸ਼ਤੂਨ ਪਰਿਵਾਰ ਦੇ ਵਿੱਚ ਪੈਦਾ ਹੋਇਆ ਸੀ। ਬਹਿਲੋਲ ਲੋਧੀ ਸੈਯਦ ਦੇ ਮੁਹੰਮਦ ਸ਼ਾਹ ਦੇ ਰਾਜ ਦੇ ਸਮੇਂ ਦੌਰਾਨ, ਠੀਕ ਹੈ ਜੀ, ਧਿਆਨ ਰੱਖਣਾ ਹੈ, ਜਿਹੜਾ ਸੈਯਦ ਵੰਸ਼ ਦਾ ਰਾਜਾ ਸੀ ਮੁਹੰਮਦ ਸ਼ਾਹ, ਉਸ ਦੇ ਰਾਜ ਦੇ ਸਮੇਂ ਦੌਰਾਨ ਇਹ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਦਾ ਸੂਬੇਦਾਰ ਸੀ। ਠੀਕ ਹੈ ਜੀ, ਧਿਆਨ ਰੱਖਣਾ ਇੰਪੋਰਟੈਂਟ ਹੈ। ਜਿਹੜਾ ਸੈਯਦ ਵੰਸ਼ ਦਾ ਜਿਹੜਾ ਸ਼ਾਸਕ ਸੀ ਮੁਹੰਮਦ ਸ਼ਾਹ, ਉਹਦੇ ਸਮੇਂ ਦੌਰਾਨ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਦਾ ਸੂਬੇਦਾਰ ਸੀ। ਇਸ ਤੋਂ ਬਿਨਾਂ ਇਹ ਲਾਹੌਰ ਤੇ ਮੁਲਤਾਨ ਦਾ ਵੀ ਸੂਬੇਦਾਰ ਜਾਂ ਗਵਰਨਰ ਸੀ। ਬਹਿਲੋਲ ਲੋਧੀ ਨੇ ਦਿੱਲੀ ਸਲਤਨਤ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਬਹਿਲੋਲ ਸ਼ਾਹ ਗਾਜੀ, ਠੀਕ ਹੈ ਜੀ, ਇਹਦਾ ਖਿਤਾਬ ਜਾਂ ਉਪਾਧੀ ਇਸਨੇ ਧਾਰਨ ਕੀਤੀ ਸੀ। ਬਹਿਲੋਲ ਲੋਧੀ ਅਮੀਰਾਂ ਨੂੰ ਮਸਨਦ-ਏ ਅਲੀ ਕਹਿ ਕੇ ਬੁਲਾਉਂਦਾ ਸੀ। ਇਹ ਇੰਪੋਰਟੈਂਟ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ, ਧਿਆਨ ਰੱਖਣਾ, ਮਸਨਦ-ਏ ਅਲੀ। ਬਹਿਲੋਲ ਲੋਧੀ ਆਪਣੇ ਆਪ ਨੂੰ ਅਫਗਾਨ ਸਾਥੀਆਂ ਦੇ ਵਿੱਚੋਂ ਇੱਕ ਸਮਝਦਾ ਸੀ, ਨਾ ਕਿ ਇੱਕ ਬਾਦਸ਼ਾਹ। ਠੀਕ ਹੈ, ਧਿਆਨ ਰੱਖਣਾ। ਲੋਧੀ ਰਾਜਵੰਸ਼ ਨੇ ਦੋਹਰੇ ਗੁੰਮਟ ਦੀ ਜਿਹੜੀ ਧਾਰਨਾ ਹੈ ਉਹ ਪੇਸ਼ ਕੀਤੀ ਹੈ, ਇੰਪੋਰਟੈਂਟ ਹੈ, ਧਿਆਨ ਰੱਖਣਾ। ਇਸ ਤੋਂ ਪਹਿਲਾਂ ਸਿੰਗਲ ਜਿਹੜੇ ਗੁੰਮਟ ਬਣਦੇ ਸੀਗੇ ਤੇ ਦੋਹਰੇ ਗੁੰਮਟ ਆ ਜਿਹੜੇ ਉਹ ਲੋਧੀ ਰਾਜਵੰਸ਼ ਦੇ ਦੌਰਾਨ ਬਣਨੇ ਸ਼ੁਰੂ ਹੋਏ। ਬਹਿਲੋਲ ਲੋਧੀ ਨੇ ਸਰਹੰਦ ਦੇ ਇੱਕ ਹਿੰਦੂ ਸੁਨਿਆਰੇ ਦੀ ਧੀ ਦੇ ਨਾਲ ਵਿਆਹ ਕੀਤਾ ਤੇ ਬਹਿਲੋਲ ਲੋਧੀ ਦੀ ਜਿਹੜੀ ਮੌਤ ਹੈ ਉਹ 1499 ਦੇ ਵਿੱਚ ਹੋਈ। ਇਸ ਦੀ ਮੌਤ ਤੋਂ ਬਾਅਦ ਇਸ ਦਾ ਜਿਹੜਾ ਪੁੱਤਰ ਸੀ ਸਿਕੰਦਰ ਲੋਧੀ, ਉਹ ਦਿੱਲੀ ਦੀ ਗੱਦੀ ਤੇ ਬੈਠਾ। ਇਹ ਸਾਰੇ ਫੈਕਟਰ ਬਹਿਲੋਲ ਲੋਧੀ ਨਾਲ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਹੂ ਅਮੰਗ ਦੀ ਫੋਲੋਇੰਗ ਸਰਵਡ ਐਜ਼ ਦੀ ਸੂਬੇਦਾਰ ਗਵਰਨਰ ਆਫ ਲਾਹੌਰ ਸਰਹਿੰਦ ਡੂਰਿੰਗ ਦੀ ਰੇਨ ਆਫ ਮੁਹੰਮਦ ਸ਼ਾਹ। ਦੱਸਣਾ ਹੈ ਮੁਹੰਮਦ ਸ਼ਾਹ ਦੇ ਸਮੇਂ ਦੇ ਦੌਰਾਨ ਹੈ ਇਹਨਾਂ ਵਿੱਚੋਂ ਕੌਣ ਲਾਹੌਰ ਤੇ ਸਰਹਿੰਦ ਦਾ ਗਵਰਨਰ ਸੀ। ਠੀਕ ਹੈ ਜੀ, ਇਹ ਲਾਹੌਰ ਜਾਂ ਸਰਹਿੰਦ ਇਹ ਪੰਜਾਬ ਦੇ ਹਿੱਸੇ ਸਨ ਉਸ ਸਮੇਂ। ਹਾਂਜੀ, ਉਹਦਾ ਗਵਰਨਰ ਹੈ ਬਹਿਲੋਲ ਲੋਧੀ ਸੀ। ਵਿਚ ਦਿੱਲੀ ਸੁਲਤਾਨੇਟ ਡਾਇਨੈਸਟੀ ਇੰਟਰੋਡਿਊਸ ਦੀ ਕਨਸੈਪਟ ਆਫ ਡਬਲ ਡੌਮ। ਦੱਸਣਾ ਹੈ ਦਿੱਲੀ ਸਲਤਨਤ ਦੇ ਕਿਸ ਰਾਜਵੰਸ਼ ਨੇ ਦੋਹਰੇ ਗੁੰਮਟ ਦੀ ਜਿਹੜੀ ਧਾਰਨਾ ਹੈ ਉਹ ਪੇਸ਼ ਕੀਤੀ ਸੀ, ਉਹ ਸੀ ਜੀ ਲੋਧੀ ਡਾਇਨੈਸਟੀ। ਵਿਚ ਆਫ ਦੀ ਫੋਲੋਇੰਗ ਡਿਕਲੇਅਰਡ ਦੈਟ ਹੀ ਕੰਸੀਡਰਡ ਹਿਮਸੈਲਫ ਵਨ ਆਫ ਦੀ ਅਫਗਾਨ ਪੀਅਰਸ ਨਾਟ ਦੀ ਕਿੰਗ। ਦੱਸਣਾ ਇਹਨਾਂ ਵਿੱਚੋਂ ਕਿਹੜਾ ਜਿਹੜਾ ਸ਼ਾਸਕ ਸੀ ਆਪਣੇ ਆਪ ਨੂੰ ਇੱਕ ਅਫਗਾਨ ਦੋਸਤ ਮੰਨਦਾ ਸੀ, ਨਾ ਕਿ ਰਾਜਾ, ਉਹ ਸੀ ਬਹਿਲੋਲ ਲੋਧੀ। ਸਿਕੰਦਰ ਲੋਧੀ ਦਾ ਜਿਹੜਾ ਸ਼ਾਸਨ ਦਾ ਸਮਾਂ ਹੈ 1499 ਤੋਂ ਲੈ ਕੇ 1517 ਤੱਕ। ਹਾਂਜੀ, ਸਿਕੰਦਰ ਲੋਧੀ 1499 ਦੇ ਵਿੱਚ ਬਹਿਲੋਲ ਲੋਧੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆ ਜਿਹੜਾ ਉਹ ਦਿੱਲੀ ਦੇ ਸਿੰਘਾਸਨ ਤੇ ਬੈਠਾ। ਇਹ ਲੋਧੀ ਰਾਜਵੰਸ਼ ਦਾ ਜਿਹੜਾ ਦੂਸਰਾ ਸ਼ਾਸਕ ਸੀ। ਹਾਂਜੀ, ਸਿਕੰਦਰ ਲੋਧੀ ਦੇ ਬਚਪਨ ਦਾ ਜਿਹੜਾ ਨਾਮ ਸੀ ਉਹ ਨਿਜ਼ਾਮ ਖਾਨ ਸੀ, ਪਰ ਸੱਤਾ ਸੰਭਾਲਣ ਤੋਂ ਬਾਅਦ ਉਸਨੇ ਆਪਣਾ ਨਾਮ ਬਦਲ ਕੇ ਸੁਲਤਾਨ ਸਿਕੰਦਰ ਸ਼ਾਹ ਰੱਖ ਲਿਆ, ਪਰ ਬਾਅਦ ਵਿੱਚ ਇਹ ਸਿਕੰਦਰ ਲੋਧੀ ਦੇ ਨਾਮ ਦੇ ਨਾਲ ਜਿਹੜਾ ਉਹ ਮਸ਼ਹੂਰ ਹੋਇਆ। ਹਾਂਜੀ, ਇਹਦੇ ਸ਼ਾਸਨ ਦਾ ਜਿਹੜਾ ਸਮਾਂ ਸੀ ਉਹ 1499 ਤੋਂ ਲੈ ਕੇ 1517 ਤੱਕ ਇਹ ਦਿੱਲੀ ਦੇ ਸਿੰਘਾਸਨ ਤੇ ਬੈਠਾ। ਸਿਕੰਦਰ ਲੋਧੀ ਹੈ ਜਿਹੜਾ ਬਹਿਲੋਲ ਲੋਧੀ ਦਾ ਦੂਸਰਾ ਪੁੱਤਰ ਸੀ ਤੇ ਬਾਰਬਕ ਸ਼ਾਹ ਜਿਹੜਾ ਲੋਧੀ ਦਾ ਜਿਹੜਾ ਵੱਡਾ ਪੁੱਤਰ ਸੀ, ਜੋ ਉਸ ਸਮੇਂ ਜੌਨਪੁਰ ਦਾ ਵਾਇਸਰਾਏ ਸੀ। ਇਹ ਧਿਆਨ 'ਚ ਰੱਖਣੇ ਆ ਜੀ, ਸਾਰੇ ਫੈਕਟ ਇੰਪੋਰਟੈਂਟ ਹੈ ਸਿਕੰਦਰ ਲੋਧੀ ਨਾਲ ਸੰਬੰਧਿਤ। ਸਿਕੰਦਰ ਲੋਧੀ ਦੇ ਮੌਕਾ ਉਸਨੇ ਬੰਗਾਲ, ਬਿਹਾਰ, ਚੰਦੇਰੀ, ਅਵਧ, ਬੁਦੇਲਖੰਡ ਦੇ ਰਾਜਿਆਂ ਨੂੰ ਆਪਣੇ ਅਧੀਨ ਕਰਕੇ ਮੁੜ ਦਿੱਲੀ ਸਲਤਨਤ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਗਾਜੇ ਸਿਕੰਦਰੀ ਜਿਹੜਾ ਕਿ ਮਾਪ ਦਾ ਇੱਕ ਪੈਮਾਨਾ ਸੀ ਉਹ ਸ਼ੁਰੂ ਕੀਤਾ ਸੀ, ਜੋ ਕਿ 30 ਇੰਚ ਦਾ ਹੁੰਦਾ ਸੀ। ਉਸਨੇ 1513 ਈਸਵੀ ਵਿੱਚ ਆਗਰਾ ਸ਼ਹਿਰ ਵਸਾਇਆ ਤੇ 1506 ਦੇ ਵਿੱਚ ਇਸ ਨੂੰ ਆਪਣੀ ਰਾਜਧਾਨੀ ਜਿਹੜੀ ਦਿੱਲੀ ਤੋਂ ਆਗਰਾ ਉਹ ਲੈ ਕੇ। ਬਹੁਤ ਇੰਪੋਰਟੈਂਟ ਫੈਕਟ ਹੈ, ਜ਼ਿਆਦਾ ਜਿਹੜੇ ਕੁਐਸਚਨ ਲੋਧੀ ਵੰਸ਼ ਦੇ ਵਿੱਚੋਂ ਸਿਕੰਦਰ ਲੋਧੀ ਦੇ ਇਸ ਪੁਆਇੰਟ ਦੇ ਵਿੱਚੋਂ ਪੁੱਛਿਆ ਜਾਂਦਾ ਹੈ ਸਵਾਲ। ਉਸਨੇ ਨਗਰਕੋਟ ਦੇ ਜਵਾਲਾਮੁਖੀ ਮੰਦਿਰ ਦੀ ਮੂਰਤੀ ਤੋੜ ਦਿੱਤੀ ਤੇ ਉਸ ਦੇ ਮੂਰਤੀ ਦੇ ਜਿਹੜੇ ਟੁਕੜੇ ਆ ਕਸਾਈਆਂ ਨੂੰ ਮਾਸ ਤੋਲਣ ਦੇ ਲਈ ਦੇ ਦਿੱਤੇ। ਉਸਨੇ ਹਿੰਦੂਆਂ ਦੇ ਉੱਪਰ ਜਜ਼ੀਆ ਕਰ ਵੀ ਥੋਪ ਦਿੱਤਾ। ਮੌਤ ਦੀ ਮਸਜਿਦ ਦਾ ਨਿਰਮਾਣ ਹੈ ਉਹ ਵੀ ਸਿਕੰਦਰ ਲੋਧੀ ਦੇ ਸਮੇਂ ਦੇ ਦੌਰਾਨ ਹੋਇਆ ਸੀ। ਇਹ ਵੀ ਇੰਪੋਰਟੈਂਟ ਫੈਕਟ ਧਿਆਨ 'ਚ ਰੱਖਣਾ ਜੀ। ਸਿਕੰਦਰ ਲੋਧੀ ਫਾਰਸੀ ਦੇ ਵਿੱਚ, ਧਿਆਨ ਰੱਖਣਾ, ਫਾਰਸੀ ਭਾਸ਼ਾ ਦੇ ਵਿੱਚ ਲਿਖਦਾ ਸੀ। ਗੁਲਰੁਖੀ ਦੇ ਨਾਂ ਦੇ ਹੇਠ ਇਹ ਆਪਣੇ ਕਵਿਤਾਵਾਂ ਲਿਖਦਾ ਸੀ। ਇੰਪੋਰਟੈਂਟ ਹੈ, ਧਿਆਨ ਰੱਖਣਾ। ਇਹ ਉਸ ਦੇ ਸਮੇਂ ਦੇ ਵਿੱਚ ਗਾਇਕੀ ਦੀ ਸਿੱਖਿਆ ਦੀ ਸਰਵੋਤਮ ਜਿਹੜੀ ਕਿਤਾਬ ਹੈ ਲਜਤ-ਏ ਸਿਕੰਦਰ ਸ਼ਾਹੀ, ਇਹਦੀ ਵੀ ਲਿਖੀ ਗਈ ਸੀ ਇਹਦੇ ਸ਼ਾਸਨ ਦੇ ਸਮੇਂ ਦੌਰਾਨ। ਉਸਨੇ ਆਯੁਰਵੈਦਿਕ ਜਿਹੜੇ ਗ੍ਰੰਥ ਹੈ ਫਾਰਸੀ ਭਾਸ਼ਾ ਦੇ ਵਿੱਚ ਉਸਦਾ ਅਨੁਵਾਦ ਕੀਤਾ, ਜਿਸ ਦਾ ਨਾਮ ਰੱਖਿਆ ਗਿਆ ਫਰਹਾਗੇ ਸਿਕੰਦਰੀ। ਠੀਕ ਹੈ, ਧਿਆਨ 'ਚ ਰੱਖਣਾ, ਇੰਪੋਰਟੈਂਟ ਹੈ। ਆਯੁਰਵੈਦਿਕ ਗ੍ਰੰਥ ਨੂੰ ਫਾਰਸੀ ਭਾਸ਼ਾ 'ਚ ਅਨੁਵਾਦ ਕਰਕੇ ਉਹਦਾ ਨਾਮ ਫਰਹਾਗੇ ਸਿਕੰਦਰੀ ਰੱਖਿਆ ਸੀ। ਸਿਕੰਦਰ ਨੇ ਅਨਾਜ ਦੀ ਜ਼ਕਾਤ ਲੈਣੀ ਵੀ ਬੰਦ ਕਰ ਦਿੱਤੀ ਸੀ, ਧਿਆਨ ਰੱਖਣਾ, ਇਹ ਵੀ ਇੰਪੋਰਟੈਂਟ ਜਿਹੜਾ। ਮੁਸਲਮਾਨਾਂ ਦੇ ਮੁਹਰਮ ਤੇ ਤਾਜ਼ੀਆ ਨਿਕਾਲਣਾ ਤੇ ਮੁਸਲਮਾਨ ਔਰਤਾਂ ਦੇ ਪੀਰਾਂ ਤੇ ਸੰਤਾਂ ਦੀਆਂ ਦਰਗਾਹਾਂ ਤੇ ਜਾ ਕੇ ਮੱਥਾ ਟੇਕਣ ਤੇ ਵੀ ਇਸਨੇ ਪਾਬੰਦੀ ਲਗਾ ਦਿੱਤੀ ਸੀ। ਉਸਨੇ ਗਵਾਲੀਅਰ ਦੇ ਕਿਲੇ ਤੇ 5 ਵਾਰ ਹਮਲੇ ਕੀਤੇ, ਪਰ ਰਾਜਾ ਮਾਨ ਸਿੰਘ ਨੇ ਹਰ ਵਾਰ ਉਸ ਨੂੰ ਹਰਾ ਦਿੱਤਾ। ਸਿਕੰਦਰ ਲੋਧੀ ਦੀ ਮੌਤ 1517 ਦੇ ਵਿੱਚ ਗਲੇ ਦੀ ਬਿਮਾਰੀ ਦੇ ਕਾਰਨ ਹੋਈ। ਉਸ ਤੋਂ ਬਾਅਦ ਉਸਦਾ ਪੁੱਤਰ ਇਬਰਾਹਿਮ ਲੋਧੀ ਜਿਹੜਾ ਉਹ ਦਿੱਲੀ ਸਲਤਨਤ ਦਾ ਬਾਦਸ਼ਾਹ ਬਣਿਆ। ਇਹ ਇੰਪੋਰਟੈਂਟ ਹੈ ਜੀ, ਧਿਆਨ 'ਚ ਰੱਖਣਾ ਹੈ। ਹਾਂਜੀ, ਵਿਚ ਸਲਤਨਤ ਆਫ ਦਿੱਲੀ ਸੁਲਤਾਨੇਟ ਬ੍ਰੋਕ ਦੀ ਸੈਕਰਡ ਅਮੇਜ਼ ਆਫ ਜਵਾਲਾਮੁਖੀ ਟੈਂਪਲ ਐਟ ਨਾਗਾਕੋਟ ਐਂਡ ਆਰਡਰ ਦੀ ਟੈਂਪਲਸ ਆਫ ਮਥੁਰਾ ਟੂ ਬੀ ਡਿਸਟਰੋਇਡ। ਦੱਸਣਾ ਹੈ ਵੀ ਦਿੱਲੀ ਸਲਤਨਤ ਦਾ ਕਿਹੜਾ ਸੁਲਤਾਨ ਸੀ ਜਿਸ ਨੇ ਨਾਗਕੋਟ ਦਾ ਜਿਹੜਾ ਜਵਾਲਾਮੁਖੀ ਮੰਦਿਰ ਜਿਹੜਾ ਪਵਿੱਤਰ ਮੰਦਿਰ ਸੀਗਾ ਉਹਨੂੰ ਤੋੜਨ ਦਾ ਤੇ ਮਥੁਰਾ ਦੇ ਜਿਹੜਾ ਟੈਂਪਲ ਉਹਨੂੰ ਧਵਸਤ ਕਰਨ ਦਾ ਹੁਕਮ ਦਿੱਤਾ ਸੀ, ਉਹ ਸੀ ਸਿਕੰਦਰ ਲੋਧੀ। ਵਾਟ ਵਾਸ ਦੀ ਓਰੀਜਨਲ ਨੇਮ ਆਫ ਸਿਕੰਦਰ ਲੋਧੀ? ਸਿਕੰਦਰ ਲੋਧੀ ਦਾ ਅਸਲ ਨਾਮ ਕੀ ਸੀ? ਇਹਦਾ ਨਾਮ ਸੀ ਨਿਜ਼ਾਮ ਖਾਨ।
ਵਿਚ ਰੂਲਰ ਆਫ ਦਿੱਲੀ ਸਲਤਨਤ ਰੀਐਸਟੈਬਲਿਸ਼ ਬਲਬਨ ਪ੍ਰਿੰਸੀਪਲ ਆਫ ਕਿੰਗਸ਼ਿਪ। ਦੱਸਣਾ ਹੈ ਦਿੱਲੀ ਦੇ ਕਿਸ ਸੁਲਤਾਨ ਨੇ ਬਲਬਨ ਦੇ ਸ਼ਾਸਨ ਨੂੰ ਦੁਬਾਰਾ ਪੁਨਰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਵੀ ਸਿਕੰਦਰ ਲੋਧੀ ਸੀ। ਵਿਚ ਮੈਡੀਏਵਲ ਸੁਲਤਾਨ ਵਾਸ ਦੀ ਕ੍ਰੈਡਿਟ ਆਫ ਫਾਊਂਡਿੰਗ ਦੀ ਸਿਟੀ ਆਫ ਆਗਰਾ ਐਂਡ ਮੇਕਿੰਗ ਇਟ ਇਟਸ ਕੈਪੀਟਲ ਆਫ ਦੀ ਸੁਲਤਨੇਟ। ਦੱਸਣਾ ਹੈ ਕਿਹੜਾ ਦਿੱਲੀ ਦਾ ਸੁਲਤਾਨ ਸੀ ਜਿਹਨੂੰ ਆਗਰਾ ਸ਼ਹਿਰ ਵਸਾਉਣ ਦਾ ਕ੍ਰੈਡਿਟ ਜਾਂਦਾ ਹੈ ਤੇ ਦਿੱਲੀ ਇਸੇ ਨੂੰ ਹੀ ਆਪਣੀ ਰਾਜਧਾਨੀ ਬਣਾਉਣ ਦਾ ਕ੍ਰੈਡਿਟ ਜਾਂਦਾ ਹੈ। ਉਹ ਸੀਗਾ ਜੀ ਸਿਕੰਦਰ ਲੋਧੀ। ਠੀਕ ਹੈ ਜੀ। 1503 ਦੇ ਵਿੱਚ ਆਗਰਾ ਸ਼ਹਿਰ ਵਸਾਇਆ ਸੀ। ਦੀ ਮੌਸਕ ਆਫ ਮੋਟ ਵਾਸ ਕੰਸਟਰਕਟਡ ਡਿਊਰਿੰਗ ਦੀ ਹੂਜ਼ ਰੀਜਨ। ਦੱਸਣਾ ਹੈ ਇਸ ਦੇ ਰਾਜ ਦੇ ਦੌਰਾਨ ਜਿਹੜੀ ਮੋਟ ਦੀ ਮਸਜਿਦ ਆ ਉਹਦਾ ਨਿਰਮਾਣ ਹੋਇਆ ਸੀ। ਹਾਂਜੀ, ਉਹ ਵੀ ਸਿਕੰਦਰ ਲੋਧੀ ਦੇ ਸ਼ਾਸਨ ਦੇ ਦੌਰਾਨ ਹੋਇਆ ਸੀ। ਵਿਚ ਵਨ ਆਫ ਦੀ ਫੋਲੋਇੰਗ ਸੁਲਤਾਨਸ ਇਜ਼ ਨੋਨ ਫਾਰ ਹੈਵਿੰਗ ਅਬੋਲਿਸ਼ ਦੀ ਟੈਕਸ ਔਨ ਗ੍ਰੇਨਸ। ਦੱਸਣਾ ਹੈ ਵੀ ਅਨਾਜ ਦੇ ਉੱਪਰ ਇਹਨਾਂ ਵਿੱਚੋਂ ਕਿਸ ਸੁਲਤਾਨ ਨੇ ਟੈਕਸ ਆ ਉਹ ਖਤਮ ਕਰ ਦਿੱਤਾ ਸੀ। ਠੀਕ ਹੈ ਜੀ, ਉਹ ਵੀ ਸਿਕੰਦਰ ਲੋਧੀ ਨੇ ਖਤਮ ਕੀਤਾ ਸੀ। ਹੂ ਅਮੰਗ ਦੀ ਫੋਲੋਇੰਗ ਕੰਪੋਜ਼ਡ ਪੋਇਮ ਵਿਦ ਦੀ ਪੈਨ ਨੇਮ ਗੁਲਰੁਖੀ। ਗੁਲਰੁਖੀ ਦੇ ਨਾਂ ਤੇ ਕਵਿਤਾਵਾਂ ਦੀ ਰਚਨਾ ਕੌਣ ਕਰਦਾ ਸੀ? ਹਾਂਜੀ, ਇਹ ਸਿਕੰਦਰ ਲੋਧੀ ਕਰਦਾ ਸੀ। ਵਿਚ ਆਫ ਦੀ ਫੋਲੋਇੰਗ ਸੁਲਤਾਨਸ ਇਜ਼ ਨੋਨ ਟੂ ਹੈਵ ਲੇਡ ਦੀ ਫਾਊਂਡੇਸ਼ਨ ਆਫ ਆਗਰਾ ਸਿਟੀ। ਹਾਂਜੀ, ਦੱਸਣਾ ਹੈ ਕਿਸ ਸੁਲਤਾਨ ਨੇ ਆਗਰਾ ਸ਼ਹਿਰ ਦੀ ਸਥਾਪਨਾ ਜਿਹੜਾ ਉਹ ਕੀਤੀ ਸੀ? ਉਹ ਸੀ ਸਿਕੰਦਰ ਲੋਧੀ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਇਬਰਾਹਿਮ ਲੋਧੀ। ਲੋਧੀ ਵੰਸ਼ ਦਾ ਤੇ ਦਿੱਲੀ ਸਲਤਨਤ ਦਾ ਇਹ ਆਖਰੀ ਸ਼ਾਸਕ ਸੀਗਾ। 1517 ਤੋਂ ਲੈ ਕੇ 1526 ਤੱਕ ਇਸ ਦਾ ਸ਼ਾਸਨ ਦਾ ਸਮਾਂ ਹੈ। ਇਬਰਾਹਿਮ ਲੋਧੀ ਦਾ ਇਹ ਛੋਟਾ ਪੁੱਤਰ ਸੀ ਇਬਰਾਹਿਮ ਲੋਧੀ ਸਿਕੰਦਰ ਲੋਧੀ ਦਾ ਛੋਟਾ ਪੁੱਤਰ ਸੀ ਤੇ ਸਿਕੰਦਰ ਲੋਧੀ ਦੀ ਮੌਤ ਤੋਂ ਬਾਅਦ ਇਬਰਾਹਿਮ ਲੋਧੀ 1517 ਦੇ ਵਿੱਚ ਦਿੱਲੀ ਦੀ ਰਾਜਗੱਦੀ ਤੇ ਬੈਠਾ ਤੇ 1526 ਈਸਵੀ ਤੱਕ ਇਸ ਨੇ ਦਿੱਲੀ ਦੀ ਰਾਜਗੱਦੀ ਤੇ ਰਾਜ ਕੀਤਾ। ਹਾਂਜੀ, ਦਿੱਲੀ ਸਲਤਨਤ ਦਾ ਇਹ ਆਖਰੀ ਸੁਲਤਾਨ ਸੀ ਤੇ ਲੋਧੀ ਖਾਨਦਾਨ ਦਾ ਇਹ ਆਖਰੀ ਰਾਜਾ ਸੀ। ਇਬਰਾਹਿਮ ਲੋਧੀ ਦੇ ਕੰਮ ਇੱਕ ਦਲੇਰ ਰਾਜਾ ਸੀ ਤੇ ਉਸ ਦੇ ਰਾਜ ਦੇ ਦੌਰਾਨ ਕਈ ਵਿਦਰੋਹ ਹੋਏ। ਹਾਂਜੀ, ਜੌਨਪੁਰ ਤੇ ਅਬਦ ਦੇ ਵਿੱਚ ਜਿਹੜੀ ਬਗਾਵਤ ਹੈ ਉਹ ਕੀਤੀ ਸੀ ਦਰਿਆ ਖਾਨ ਨੇ। ਧਿਆਨ ਰੱਖਣਾ ਇੰਪੋਰਟੈਂਟ ਹੈ, ਇਹ ਇਸੇ ਦੇ ਸ਼ਾਸਨ ਦੇ ਵਿੱਚ ਹੋਈ ਸੀ। ਤੇ ਪੰਜਾਬ ਦੇ ਵਿੱਚ ਜਿਹੜੀ ਬਗਾਵਤ ਕੀਤੀ ਸੀ ਉਹ ਦੌਲਤ ਖਾਨ ਨੇ ਕੀਤੀ ਸੀ। ਤੇ ਖਤੌਲੀ ਦੀ ਜਿਹੜੀ ਲੜਾਈ 1518 ਦੇ ਵਿੱਚ ਹੋਈ ਸੀ ਉਹ ਰਾਣਾ ਸੰਘਾ ਦੇ ਨਾਲ ਹੋਈ ਸੀ। ਇਹਦੇ ਵਿੱਚ ਰਾਣਾ ਸੰਘਾ ਦੀ ਇਬਰਾਹਿਮ ਲੋਧੀ ਦੇ ਹੱਥੋਂ ਹਾਰ ਗਿਆ ਸੀ। ਹਾਂਜੀ, ਉਸ ਦਾ ਜ਼ਿਮੀਂਦਾਰ ਤੇ ਚਾਚਾ ਜਿਹੜਾ ਕਿ ਜ਼ਿਮੀਂਦਾਰ ਸੀ ਆਲਮ ਖਾਨ, ਜਿਹਦਾ ਨਾਮ ਸੀ ਕਾਬਲ, ਇਹ ਭੱਜ ਗਏ ਸੀ। ਠੀਕ ਹੈ ਜੀ। ਤੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦੇ ਲਈ ਆਲਮ ਖਾਨ ਜਿਹੜਾ ਚਾਚਾ ਉਹਨੇ ਸੱਦਾ ਦਿੱਤਾ ਸੀ। ਇਸੇ ਲਈ ਇਬਰਾਹਿਮ ਲੋਧੀ ਹੈ ਜਿਹੜਾ ਉਸਨੇ ਕਿਹਾ ਸੀ ਕਿ ਬਾਦਸ਼ਾਹ ਦਾ ਨਾ ਤਾਂ ਕੋਈ ਨਜ਼ਦੀਕੀ ਰਿਸ਼ਤੇਦਾਰ ਨਹੀਂ ਹੁੰਦਾ। ਠੀਕ ਹੈ ਜੀ, ਧਿਆਨ ਰੱਖਣਾ ਇੰਪੋਰਟੈਂਟ ਹੈ ਇਹ ਵੀ ਉਹਦਾ ਚਾਚਾ ਆਲਮ ਖਾਨ ਜਿਹੜਾ ਕਾਬਲ ਭੱਜ ਗਿਆ ਸੀ ਤੇ ਬਾਬਰ ਨੂੰ ਭਾਰਤ ਤੇ ਹਮਲਾ ਕਰਨ ਦੇ ਲਈ ਉਸਨੇ ਪ੍ਰੇਰਿਤ ਕੀਤਾ। ਤੇ ਉਸ ਤੋਂ ਬਾਅਦ ਇਬਰਾਹਿਮ ਲੋਧੀ ਨੇ ਇੱਕ ਕਥਨ ਜਿਹੜਾ ਵਰਤਿਆ ਸੀ ਕਿ ਬਾਦਸ਼ਾਹ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਹੀਂ ਹੁੰਦਾ। ਪਾਣੀਪਤ ਦੀ ਜਿਹੜੀ ਪਹਿਲੀ ਲੜਾਈ ਹੈ 21 ਅਪ੍ਰੈਲ 1526 ਨੂੰ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ। ਇਸ ਵਿੱਚ ਇਬਰਾਹਿਮ ਲੋਧੀ ਦੀ ਹਾਰ ਹੋਈ। ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਜੋ ਕਿ 21 ਅਪ੍ਰੈਲ 1526 ਨੂੰ ਹੋਈ ਸੀ, ਇਸ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਤੇ ਉਸ ਨੂੰ ਮਾਰ ਦਿੱਤਾ। ਆਗਰਾ ਤੇ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਦਿੱਲੀ ਸਲਤਨਤ ਦਾ ਅੰਤ ਹੋ ਗਿਆ। ਠੀਕ ਹੈ, ਧਿਆਨ ਰੱਖਣੇ ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਯੁੱਧ ਭੂਮੀ ਦੇ ਵਿੱਚ ਮਾਰਿਆ ਜਾਣ ਵਾਲਾ ਦਿੱਲੀ ਸਲਤਨਤ ਦਾ ਇਹ ਪਹਿਲਾ ਸ਼ਾਸਕ ਸੀ ਇਬਰਾਹਿਮ ਲੋਧੀ। ਬਾਬਰ ਨੇ ਮੁਗਲ ਰਾਜਵੰਸ਼ ਦੀ ਜਿਹੜੀ ਨੀਂਹ ਰੱਖੀ ਤੇ ਉਸਨੇ ਲਗਭਗ 500 ਸਾਲ ਤੱਕ ਭਾਰਤ ਤੇ ਰਾਜ ਕੀਤਾ। ਠੀਕ ਹੈ ਜੀ, ਧਿਆਨ ਰੱਖਣਾ ਹੈ ਮੁਗਲ ਰਾਜਵੰਸ਼ ਦੀ ਨੀਂਹ ਹੈ ਜਿਹੜੀ ਉਹ ਪਾਣੀਪਤ ਦੇ ਪਹਿਲੇ ਯੁੱਧ ਤੋਂ ਹੀ ਰੱਖੀ ਗਈ ਤੇ ਇਸ ਮੁਗਲ ਰਾਜਵੰਸ਼ ਨੇ 500 ਸਾਲ ਤੱਕ ਭਾਰਤ ਤੇ ਰਾਜ ਕੀਤਾ। ਬੈਟਲ ਆਫ ਪਾਣੀਪਤ ਵਾਜ਼ ਫਾਊਟ ਇਨ ਦੀ ਈਅਰ 1526 ਬਿਟਵੀਨ ਬਾਬਰ ਐਂਡ। ਦੱਸਣਾ ਹੈ ਪਾਣੀਪਤ ਦੀ ਜਿਹੜੀ 1526 ਵਿੱਚ ਲੜਾਈ ਲੜੀ ਗਈ ਉਹ ਬਾਬਰ ਤੇ ਕਿਸ ਵਿਚਕਾਰ ਲੜੀ ਗਈ ਸੀ? ਉਹ ਇਬਰਾਹਿਮ ਲੋਧੀ ਵਿਚਕਾਰ ਲੜੀ ਗਈ ਸੀ। ਵੈਨ ਡਿਡ ਇਬਰਾਹਿਮ ਲੋਧੀ ਬਿਕਮ ਦੀ ਸੁਲਤਾਨ ਆਫ ਦਿੱਲੀ। ਇਬਰਾਹਿਮ ਲੋਧੀ ਦਿੱਲੀ ਦਾ ਸੁਲਤਾਨ ਕਦੋਂ ਬਣਿਆ? ਹਾਂਜੀ, ਇਹ 1517 ਦੇ ਵਿੱਚ ਦਿੱਲੀ ਦਾ ਸੁਲਤਾਨ ਬਣਿਆ। ਹੂ ਵਾਜ਼ ਦੀ ਲਾਸਟ ਰੂਲਰ ਆਫ ਲੋਧੀ ਡਾਇਨੈਸਟੀ। ਲੋਧੀ ਰਾਜਵੰਸ਼ ਦਾ ਆਖਰੀ ਰਾਜਾ ਕੌਣ ਸੀ? ਉਹ ਸੀ ਇਬਰਾਹਿਮ ਲੋਧੀ। ਹੂ ਵਾਜ਼ ਦੀ ਓਨਲੀ ਸੁਲਤਾਨ ਆਫ ਇੰਡੀਆ ਹੈਡ ਬੀਨ ਕਿਲਡ ਐਟ ਦੀ ਬੈਟਲਫੀਲਡ। ਦੱਸਣਾ ਹੈ ਭਾਰਤ ਦਾ ਇੱਕਮਾਤਰ ਸੁਲਤਾਨ ਕਿਹੜਾ ਸੀ ਜਿਹੜਾ ਕਿ ਲੜਾਈ ਦੇ ਮੈਦਾਨ ਵਿੱਚ ਮਾਰਿਆ ਗਿਆ ਸੀ? ਉਹ ਸੀ ਇਬਰਾਹਿਮ ਲੋਧੀ। ਪਾਣੀਪਤ ਦੀ ਪਹਿਲੀ ਲੜਾਈ 1526 ਦੇ ਵਿੱਚ ਮਾਰਿਆ ਗਿਆ। ਵਿਚ ਆਫ ਦੀ ਫੋਲੋਇੰਗ ਬੈਟਲ ਮਾਰਕ ਦੀ ਬਿਗਨਿੰਗ ਆਫ ਦੀ ਮੁਗਲ ਰੂਲ ਇਨ ਇੰਡੀਆ। ਦੱਸਣਾ ਹੈ ਕਿਸ ਲੜਾਈ ਤੋਂ ਮੁਗਲ ਰਾਜ ਦੀ ਭਾਰਤ ਵਿੱਚ ਸ਼ੁਰੂਆਤ ਹੁੰਦੀ ਹੈ? ਉਹ ਹੈ ਜੀ ਪਾਣੀਪਤ ਦੀ ਪਹਿਲੀ ਲੜਾਈ, ਫਸਟ ਬੈਟਲ ਆਫ ਪਾਣੀਪਤ। ਇਨ ਵਿਚ ਆਰਡਰ ਡਿਡ ਦੀ ਫੋਲੋਇੰਗ ਡਾਇਨੈਸਟੀ ਰੂਲ ਦਿੱਲੀ। ਦੱਸਣਾ ਹੈ ਕਿਸ ਆਰਡਰ ਦੇ ਵਿੱਚ ਹੇਠ ਲਿਖੀਆਂ ਜਿਹੜੀਆਂ ਡਾਇਨੈਸਟੀਜ਼ ਰਾਜਵੰਸ਼ਾਂ ਉਹਨਾਂ ਨੇ ਦਿੱਲੀ ਤੇ ਰਾਜ ਕੀਤਾ। ਹਾਂਜੀ, ਜਿਹੜਾ ਲੋਧੀ ਡਾਇਨੈਸਟੀ ਹੈ ਇਹ 5ਵੇਂ ਨੰਬਰ ਦੀ ਡਾਇਨੈਸਟੀ ਹੈ। ਤੁਗਲਕ ਡਾਇਨੈਸਟੀ ਇਹ 3 ਨੰਬਰ ਦੀ ਡਾਇਨੈਸਟੀ ਹੈ। ਸਲੇਬ ਡਾਇਨੈਸਟੀ ਹੈ ਪਹਿਲੇ ਨੰਬਰ ਦੀ ਹੈ। ਸੈਯਦ ਹੈ ਚੌਥੇ ਨੰਬਰ ਦੀ ਹੈ ਤੇ ਦੂਸਰੇ ਨੰਬਰ ਦੀ ਖਿਲਜੀ ਡਾਇਨੈਸਟੀ ਹੈ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਇਹਨੂੰ ਆਰਡਰ ਵਾਈਜ਼ ਲਗਾ ਲਾਂਗੇ। ਹਾਂਜੀ, ਲੋਧੀ ਯੁੱਗ ਦੀ ਆਰਕੀਟੈਕਚਰ ਦਾ ਸਭ ਤੋਂ ਵਧੀਆ ਨਮੂਨਾ ਕੀ ਹੈ ਭਵਨ ਕਲਾ ਦਾ? ਹਾਂਜੀ, ਉਹ ਹੈ ਮੋਟ ਦੀ ਮਸਜਿਦ। ਠੀਕ ਹੈ ਜੀ, ਮੋਟ ਦੀ ਮਸਜਿਦ, ਇਹ ਧਿਆਨ 'ਚ ਰੱਖਣਾ ਜੀ। ਵਿਚ ਵਨ ਆਫ ਦੀ ਫੋਲੋਇੰਗ ਇਜ਼ ਦੀ ਕਰੈਕਟ ਕ੍ਰੋਨੋਲੋਜੀਕਲ ਆਰਡਰ ਆਫ ਦੀ ਅਫਗਾਨ ਰੂਲਰਸ ਟੂ ਦੀ ਥਰੋਨ ਆਫ ਦਿੱਲੀ। ਹਾਂਜੀ, ਆਪਾਂ ਦਿੱਲੀ ਦੇ ਜਿਹੜੇ ਅਫਗਾਨ ਸ਼ਾਸਕ ਹੈ ਉਹਨਾਂ ਦਾ ਸਹੀ ਜਿਹੜਾ ਸ਼ਾਸਨ ਸਮਾਂ ਹੈ ਉਹਦੇ ਅਨੁਸਾਰ ਉਹਨਾਂ ਨੂੰ ਲਗਾਉਣਾ ਹੈ। ਸਭ ਤੋਂ ਪਹਿਲਾਂ ਬਹਿਲੋਲ ਲੋਧੀ ਆਏਗਾ, ਆ ਵੀ ਗਲਤ ਹੋ ਗਿਆ, ਆ ਵੀ ਗਲਤ ਹੋ ਗਿਆ। ਬਹਿਲੋਲ ਲੋਧੀ ਤੋਂ ਬਾਅਦ ਹੈ ਜਿਹੜਾ ਉਹ ਸਿਕੰਦਰ ਲੋਧੀ ਆਇਆ, ਇੱਥੇ ਇਬਰਾਹਿਮ ਲੋਧੀ ਦਿੱਤਾ ਹੋਇਆ, ਇਹ ਵੀ ਗਲਤ ਹੋ ਗਿਆ। ਹਾਂਜੀ, ਸਹੀ ਬਣੇਗਾ ਬਹਿਲੋਲ ਲੋਧੀ, ਸਿਕੰਦਰ ਲੋਧੀ, ਉਸ ਤੋਂ ਬਾਅਦ ਇਬਰਾਹਿਮ ਲੋਧੀ। ਠੀਕ ਹੈ ਜੀ, ਧਿਆਨ ਰੱਖਣਾ ਹੈ ਇਹ ਸਹੀ ਸ਼ਾਸਨ ਦਾ ਜਿਹੜਾ ਸਮਾਂ ਰਹੇਗਾ। ਲੋਧੀ ਡਾਇਨੈਸਟੀ ਵਾਜ਼ ਐਂਡਡ ਇਨ। ਲੋਧੀ ਡਾਇਨੈਸਟੀ ਦਾ ਅੰਤ ਕਦੋਂ ਹੋਇਆ? ਪਾਣੀਪਤ ਦੀ ਪਹਿਲੀ ਲੜਾਈ 1526 ਦੇ ਵਿੱਚ ਇਸ ਵੰਸ਼ ਦਾ ਜਿਹੜਾ ਉਹ ਅੰਤ ਹੋ ਗਿਆ। ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।